1534 ਈਸਵੀ ਕੱਤਕ ਵਦੀ 2 ਨੂੰ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਲਾਹੌਰ ਚੂਨਾ ਮੰਡੀ ਡੱਗੀਵਾਲਾ ਬਾਜ਼ਾਰ ਇੱਥੇ ਹੋਇਆ ਹੈ। ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੇ ਕੁੱਖੋਂ ਸਤਿਗੁਰੂ ਜੀ ਨੇ ਪ੍ਰਕਾਸ਼ ਲੈਣਾ ਕੀਤਾ। ਬਚਪਨ ਵਿੱਚ ਮਾਤਾ ਜੀ ਨੇ ਆਪ ਜੀ ਦਾ ਨਾਮ ਰਾਮਦਾਸ ਰੱਖਣਾ ਕੀਤਾ, ਪਰ ਘਰ ਵਿੱਚ ਵੱਡਾ ਪੁੱਤਰ ਹੋਣ ਕਰਕੇ ਸਾਰੇ ਜੇਠਾ ਕਿਹਾ ਕਰਦੇ ਸਨ। ਜਿਸ ਸਮੇਂ 5 ਸਾਲ ਦੀ ਉਮਰ ਹੋਈ, ਮਾਤਾ ਦਇਆ ਕੌਰ ਜੀ ਸੱਚਖੰਡ ਚਲੇ ਗਏ, ਸਰੀਰ ਤਿਆਗਣਾ ਕੀਤਾ। ਔਰ ਜਦੋਂ 7 ਸਾਲ ਦੀ ਉਮਰ ਹੋਈ, ਪਿਤਾ ਬਾਬਾ ਹਰਦਾਸ ਜੀ ਵੀ ਪਰਲੋਕ ਗਮਨ ਕਰ ਗਏ। ਛੋਟੀ ਉਮਰ ਵਿੱਚ ਮਾਤਾ ਪਿਤਾ ਦੇ ਵਿਜੋਗ ਹੋਣ ਕਰਕੇ ਨਾਨਕੇ ਪਰਿਵਾਰ ਦੇ ਵਿੱਚੋਂ ਆਪ ਜੀ ਦੇ ਨਾਨੀ ਜੀ ਨੇ ਆਪ ਜੀ ਨੂੰ ਬਾਸਰ ਕੇ ਨਗਰ ਲੈ ਆਂਦਾ। ਦੇਖਿਆ ਕਿ ਜੋ ਮੇਰਾ ਦੋਹਤਾ ਹੈ ਛੋਟੀ ਉਮਰ ਵਿੱਚ ਅਨਾਥ ਹੋ ਗਿਆ। ਬਾਸਰ ਕੇ ਨਗਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਗਰ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਨਕੇ ਨਗਰ ਹੈ। ਬਚਪਨ ਵਿੱਚ ਇੱਥੇ ਹੀ ਨਾਨੀ ਜੀ ਦੇ ਕੋਲ ਰਹਿਣਾ ਕੀਤਾ। ਨਾਨਕੇ ਪਰਿਵਾਰ ਦੀ ਹਾਲਤ ਵੀ ਆਰਥਿਕ ਤੌਰ 'ਤੇ ਬਹੁਤ ਚੰਗੀ ਨਹੀਂ ਸੀ। ਆਪ ਜੀ ਦੇ ਨਾਨੀ ਜੀ ਨੇ ਛੋਟੀ ਉਮਰ ਦੇ ਵਿੱਚ ਆਪ ਜੀ ਨੂੰ ਘੁੰਗਣੀਆਂ ਬਣਾ ਕਰਕੇ ਦੇ ਦੇਣਾ। ਉਹਨਾਂ ਨੂੰ ਵੇਚ ਕਰਕੇ ਬਾਜ਼ਾਰ ਦੇ ਵਿੱਚ ਜੋ ਪੈਸੇ ਮਿਲਣੇ, ਸ਼ਾਮ ਨੂੰ ਨਾਨੀ ਜੀ ਨੂੰ ਫੜਾ ਦੇਣੇ। ਔਰ ਇਹਨਾਂ ਪੈਸਿਆਂ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ। ਇੱਧਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਬੇਅੰਤ ਸੇਵਾ ਕੀਤੀ ਔਰ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਕੀਤਾ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਗੋਇੰਦਵਾਲ ਨਗਰ ਵਸਾਉਣਾ ਕੀਤਾ। ਇੱਥੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਵੀ ਬਣਾਉਣਾ ਸ਼ੁਰੂ ਕੀਤਾ। ਬੇਅੰਤ ਸੰਗਤਾਂ ਦੂਰੋਂ ਨੇੜਿਓਂ ਆ ਕਰਕੇ ਗੋਇੰਦਵਾਲ ਸਾਹਿਬ ਵਿਖੇ ਸੇਵਾ ਕਰਦੀਆਂ ਹਨ। ਭਾਈ ਜੇਠਾ ਜੀ ਵੀ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਗੋਇੰਦਵਾਲ ਸਾਹਿਬ ਰਹਿਣ ਲੱਗ ਗਏ ਔਰ ਦਿਨ ਦੇ ਸਮੇਂ ਘੁੰਗਣੀਆਂ ਵੇਚਣੀਆਂ ਔਰ ਸੇਵਾ ਕਰਨੀ। ਸ਼ਾਮ ਦੇ ਸਮੇਂ ਜਾਂ ਆਪਣੀ ਕਿਰਤ ਤੋਂ ਵਿਹਲੇ ਹੋ ਕਰਕੇ ਟੋਕਰੀ ਢੋਣੀ। ਇਹ ਬਚਨ ਵੀ ਕੀਤੇ ਹਨ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮੇਰੇ ਬਾਲ ਅਵਸਥਾ ਦੇ ਮਿੱਤਰ ਹਨ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹਉ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਜੀ ਦਾ ਨੇਕ ਸੁਭਾਅ ਦੇਖ ਕਰਕੇ, ਬਹੁਤ ਮਿਹਨਤ ਲਗਨ ਦੇਖ ਕਰਕੇ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਰਿਸ਼ਤਾ ਕਰਨਾ ਕੀਤਾ, ਆਨੰਦ ਕਾਰਜ ਕਰਨਾ ਕੀਤਾ। ਉਸ ਸਮੇਂ
ਬਾਬਾ ਜੇਠਾ ਜੀ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਰਹਿ ਕੇ ਸੇਵਾ ਕਰਿਆ ਕਰਦੇ। ਸੇਵਾ ਕਰਦਿਆਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਇੱਕ ਸਮੇਂ ਲਾਹੌਰ ਦੇ ਕੁਝ ਸੋਢੀ ਇੱਧਰ ਗੋਇੰਦਵਾਲ ਸਾਹਿਬ ਵਿਖੇ ਆਏ। ਇਹਨਾਂ ਨੂੰ ਮਨ ਵਿੱਚ ਹੰਕਾਰ ਸੀ ਕਿ ਸਾਡਾ ਸਪੁੱਤਰ ਜੋ ਸਾਡੇ ਪਰਿਵਾਰ ਵਿੱਚੋਂ ਜੇਠਾ ਹੈ, ਉਹ ਇੱਥੇ ਗੁਰੂ ਘਰ ਦੇ ਵਿੱਚ ਸਤਿਗੁਰਾਂ ਦਾ ਜਵਾਈ ਹੈ, ਔਰ ਜਿਸ ਕਰਕੇ ਸਾਡੀ ਇੱਥੇ ਬੜੀ ਆਓ ਭਗਤ ਹੋਵੇਗੀ, ਬੜੀ ਸੇਵਾ ਹੋਵੇਗੀ। ਪਰ ਜਦੋਂ ਆ ਕਰਕੇ ਦੇਖਣਾ ਕੀਤਾ, ਬਾਬਾ ਜੇਠਾ ਜੀ ਟੋਕਰੀ ਢੋ ਰਹੇ ਹਨ। ਸਰੀਰ ਤੇ ਕੱਪੜਿਆਂ ਤੇ ਮਿੱਟੀ ਲੱਗੀ ਹੋਈ ਹੈ। ਇਹ ਹਾਲਤ ਦੇਖ ਕਰਕੇ ਉਸ ਸਮੇਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਆਪ ਤਾਂ ਸਿਆਣੇ ਹੋ ਨਾ, ਇਹ ਤਾਂ ਅਜੇ ਬੱਚਾ ਹੈ, ਇਸ ਨੂੰ ਇੰਨਾ ਗਿਆਨ ਨਹੀਂ, ਤੁਹਾਡੀ ਉਮਰ ਵਡੇਰੀ ਹੈ। ਤੁਸੀਂ ਹੀ ਦੇਖਣਾ ਸੀ ਕਿ ਕਿਸ ਤਰ੍ਹਾਂ ਆਪਣੇ ਜਵਾਈ ਨੂੰ ਘਰ ਵਿੱਚ ਰੱਖ ਕਰਕੇ ਉਹਦੀ ਸੇਵਾ ਕਰੀਦੀ ਹੈ, ਕਿ ਉਹਦੇ ਤੋਂ ਸੇਵਾ ਕਰਾਈਦੀ ਹੈ। ਕਈ ਤਰ੍ਹਾਂ ਦੇ ਸਤਿਗੁਰੂ ਜੀ ਨੂੰ ਇਹਨਾਂ ਨੇ ਬਚਨ ਕੀਤੇ, ਗੱਲਾਂ ਕਹਿਣਾ ਕੀਤੀਆਂ। ਸਤਿਗੁਰੂ ਅਮਰਦਾਸ ਮਹਾਰਾਜ ਤਾਂ ਸਭ ਕੁਝ ਜਾਣਦੇ ਸਨ। ਕਹਿਣ ਲੱਗੇ ਮਹਾਰਾਜ ਕਿ ਭਾਈ ਤੁਹਾਨੂੰ ਭੁਲੇਖਾ ਹੈ, ਇਹ ਟੋਕਰੀ ਨਹੀਂ ਹੈ, ਇਹ ਤਾਂ ਦੀਨ ਦੁਨੀਆ ਦਾ ਛਤਰ ਇਹਨਾਂ ਦੇ ਸਿਰ ਤੇ ਹੈ। ਇਹ ਕੋਈ ਮਿੱਟੀ ਨਹੀਂ ਲੱਗੀ ਹੋਈ, ਇਹ ਕੇਸਰ ਲੱਗਿਆ ਹੋਇਆ ਹੈ। ਪਰ ਉਹ ਅਣਜਾਣ ਨਾ ਸਮਝ ਸਕੇ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀਓ ਇਹ ਅਣਜਾਣ ਲੋਕ ਨੇ, ਇਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਜੋ ਇਹ ਟੋਕਰੀ ਹੈ, ਇਹ ਸੇਵਾ ਹੈ, ਇਸ ਦੇ ਨਾਲ ਕੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਇਹਨਾਂ ਨੂੰ ਗਿਆਨ ਨਹੀਂ ਹੈ ਗੁਰੂ ਦੀ ਸੇਵਾ ਵਿੱਚੋਂ ਕੀ ਪ੍ਰਾਪਤ ਹੁੰਦਾ ਹੈ। ਗੁਰੂ ਦੀ ਸੇਵਾ ਤਾਂ ਗੁਰ ਸੇਵਾ ਤੇ ਸੁਖ ਊਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਸਤਿਗੁਰੂ ਮਹਾਰਾਜ ਜੀ ਇਹਨਾਂ ਨੂੰ ਬਖਸ਼ ਲੈਣਾ ਕਰਿਓ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਰਖ ਕਰਨਾ ਕੀਤੀ। ਸਾਧ ਸੰਗਤ, ਜਿੱਥੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸੁਪੁੱਤਰ ਹਨ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ। ਪੁੱਤਰਾਂ ਨੂੰ ਤਾਂ ਪਹਿਲਾਂ ਹੀ ਪਰਖ ਲੈਣਾ ਕੀਤਾ ਸੀ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਸਪੁੱਤਰ ਪਰਖੇ ਸਨ। ਪਰ ਦੂਸਰੇ ਪਾਸੇ ਦੋ ਜਵਾਈ ਵੀ ਹਨ, ਇੱਕ ਬਾਬਾ ਰਾਮਾ ਜੀ, ਦੂਸਰਾ ਭਾਈ ਜੇਠਾ ਜੀ। ਇਹਨਾਂ ਨੂੰ ਪਰਖਣ ਵਾਸਤੇ ਥੜੇ ਬਣਾਉਣਾ ਕੀਤੇ। ਸਤਿਗੁਰਾਂ ਨੇ ਬਚਨ ਕੀਤਾ, ਅਸੀਂ ਬੌਲੀ ਸਾਹਿਬ ਦੀ ਸੇਵਾ ਕਰਵਾਉਂਦੇ ਹਾਂ, ਬੈਠਣ ਵਾਸਤੇ ਇੱਕ ਬਹੁਤ ਸੁੰਦਰ ਥੜਾ ਚਾਹੀਦਾ, ਤੁਸੀਂ ਤਿਆਰ ਕਰੋ। ਦੋਹਾਂ ਗੁਰਸਿੱਖਾਂ ਨੇ ਬੜੀ ਭਾਵਨਾ ਦੇ ਨਾਲ ਥੜਾ ਤਿਆਰ ਕੀਤਾ। ਸ਼ਾਮ ਨੂੰ ਸਤਿਗੁਰੂ ਜੀ ਦੇਖਣ ਆਏ। ਕਈ ਤਰ੍ਹਾਂ ਦੇ ਨਾਲ ਥੜੇ ਵਿੱਚੋਂ ਨੁਕਸ ਕੱਢ ਕਰਕੇ ਬਚਨ ਕੀਤਾ ਕਿ ਇਸ ਨੂੰ ਢਾਹ ਦੇਣਾ ਕਰੋ, ਇਹ ਸਹੀ ਨਹੀਂ ਬਣਿਆ। ਦੂਸਰੇ ਦਿਨ ਫਿਰ ਸਤਿਗੁਰਾਂ ਨੇ ਆਗਿਆ ਕੀਤੀ, ਅੱਜ ਫਿਰ ਥੜੇ ਬਣਾਓ। ਭਾਈ ਰਾਮਾ ਜੀ ਨੇ ਵੀ ਆਪ ਮਿਹਨਤ ਕਰਕੇ ਥੜਾ ਬਣਾਇਆ, ਭਾਈ ਜੇਠਾ ਜੀ ਨੇ ਵੀ ਵੱਖਰਾ ਵੱਖਰਾ। ਸ਼ਾਮ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇਖਣ ਵਾਸਤੇ ਆਏ ਔਰ ਫਿਰ ਬਚਨ ਕੀਤਾ, ਭਾਈ ਇਸ ਥੜੇ ਸਾਡੇ ਬੈਠਣ ਯੋਗ ਨਹੀਂ, ਇਹਨਾਂ ਨੂੰ ਢਾਹ ਦੇਣਾ ਕਰੋ। ਇਸ ਤਰ੍ਹਾਂ 3-4 ਵਾਰ ਹੋਇਆ
ਔਰ ਜਦੋਂ ਸਤਿਗੁਰੂ ਜੀ ਅਖੀਰ ਆਏ, ਆ ਕਰਕੇ ਥੜੇ ਦੇਖਣ ਕੀਤੇ, ਬਾਬਾ ਰਾਮਾ ਜੀ ਨੂੰ ਬਚਨ ਕੀਤਾ ਕਿ ਇਹ ਥੜਾ ਅਜੇ ਵੀ ਸਾਡੇ ਬੈਠਣ ਯੋਗ ਨਹੀਂ ਬਣਿਆ। ਉਹਨਾਂ ਨੇ ਸਤਿਗੁਰਾਂ ਤੇ ਗਿਲਾ ਕੀਤੀ, ਕਈ ਤਰ੍ਹਾਂ ਦੇ ਸ਼ੰਕੇ ਕੀਤੇ, ਉਲਟ ਬਚਨ ਬੋਲੇ। ਸਤਿਗੁਰੂ ਜੀ ਹੱਸ ਪਏ ਔਰ ਫਿਰ ਬਾਬਾ ਜੇਠਾ ਜੀ ਦੇ ਕੋਲ ਗਏ, ਕਿਹਾ ਜੇਠਿਆ ਤੂੰ ਵੀ ਸਹੀ ਥੜਾ ਨਹੀਂ ਬਣਾਇਆ, ਤੇਰੇ ਥੜੇ ਵਿੱਚ ਵੀ ਅਜੇ ਨੁਕਸ ਹੈ ਭਾਈ। ਦੋਹੇ ਹੱਥ ਜੋੜ ਕਰਕੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਅਣਜਾਣ ਹਾਂ, ਮੇਰੇ ਵਿੱਚ ਕੀ ਜੁਰਤ ਹੈ, ਕੀ ਹਿੰਮਤ ਬਲ ਹੈ ਕਿ ਮੈਂ ਤੁਹਾਡੇ ਬੈਠਣ ਯੋਗ ਥੜਾ ਬਣਾ ਸਕਾਂ। ਆਪ ਜੀ ਲੋਕ ਪ੍ਰਲੋਕ ਦੇ ਮਾਲਕ, ਸਾਰੇ ਜੀਵ ਜੰਤੂ ਤੁਹਾਡੇ ਹੁਕਮ ਵਿੱਚ ਚੱਲਦੇ ਨੇ। ਸਤਿਗੁਰੂ ਜੀਓ ਅਸੀਂ ਅਣਜਾਣ ਕਲਯੁਗੀ ਜੀਵ ਹਾਂ। ਨਿਮਰਤਾ ਨਾਲ ਬੇਅੰਤ ਬੇਨਤੀਆਂ ਕੀਤੀਆਂ, ਅੱਖਾਂ ਵਿੱਚ ਜਲ ਆ ਗਿਆ, ਚਰਨਾਂ ਤੇ ਢਹਿ ਪਈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਦੋਹੇ ਹੱਥਾਂ ਦੇ ਨਾਲ ਉਠਾ ਕਰਕੇ ਗਲੇ ਲਾ ਲਿਆ, ਬਚਨ ਕੀਤਾ, ਜੇਠਿਆ ਭਾਈ ਜਿਹੜਾ ਸਾਡੇ ਬੈਠਣ ਵਾਸਤੇ ਥੜਾ ਚਾਹੀਦਾ ਸੀ ਉਹ ਬਣ ਗਿਆ ਹੈ। ਅਸੀਂ ਇਸ ਬਾਹਰਲੇ ਥੜੇ ਤੇ ਨਹੀਂ, ਅਸੀਂ ਤੇਰੇ ਹਿਰਦੇ ਰੂਪ ਤਖਤ ਤੇ ਹਿਰਦੇ ਅੰਦਰ ਬੈਠਣਾ ਹੈ ਭਾਈ। ਉਹ ਥੜਾ ਹੁਣ ਤਿਆਰ ਹੋ ਚੁੱਕਾ ਹੈ। ਉਸ ਸਮੇਂ ਸਾਧ ਸੰਗਤ ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਸਾਰੀ ਸੰਗਤਾਂ ਨੂੰ ਹੁਕਮ ਕੀਤਾ, ਪਰਿਵਾਰ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਣਾ ਕੀਤਾ। ਬੇਅੰਤ ਬਖਸ਼ਿਸ਼ਾਂ ਕੀਤੀਆਂ ਔਰ ਇਹ ਬਚਨ ਕੀਤਾ ਕਿ ਹੁਣ ਤੁਸੀਂ ਇੱਥੋਂ ਜਾ ਕਰਕੇ ਜੋ ਅੰਮ੍ਰਿਤਸਰ ਸਾਹਿਬ ਹੈ ਨਗਰ ਵਸਾਉਣਾ ਕਰੋ। ਉਸ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕਾ ਚੱਕ ਨਗਰ ਵਸਾਉਣਾ ਕੀਤਾ। ਪਹਿਲਾਂ ਗੁਰੂ ਕਾ ਚੱਕ, ਫਿਰ ਰਾਮਦਾਸਪੁਰ ਔਰ ਤੀਸਰਾ ਅੰਮ੍ਰਿਤਸਰ ਸਾਹਿਬ ਨਾਮ ਬਣਿਆ। ਫਿਰ ਸਤਿਗੁਰਾਂ ਦੇ ਹੁਕਮ ਨਾਲ ਸਰੋਵਰ ਪਟਵਾਉਣਾ ਕੀਤਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਇਹਨਾਂ ਬਖਸ਼ਿਸ਼ਾਂ ਤੇ ਆਪ ਜੀ ਨੇ ਬਚਨ ਕੀਤਾ, हे ਪਾਤਸ਼ਾਹ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। हे ਸਤਿਗੁਰੂ ਜੀ ਜੋ ਮੇਰੀ ਹਾਲਤ ਸੀ, ਮੈਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਇੱਕ ਰੁਲਣ ਵਾਲਾ ਬੱਚਾ ਸੀ, ਜਿਹਨੂੰ ਬਚਪਨ ਵਿੱਚ ਹੀ ਤੁਹਾਡਾ ਸਾਥ ਪ੍ਰਾਪਤ ਹੋਇਆ, ਤੁਹਾਡੇ ਚਰਨਾਂ ਦੀ ਛੋਹ ਪ੍ਰਾਪਤ ਹੋ ਗਈ ਔਰ ਸਤਿਗੁਰੂ ਮਹਾਰਾਜ ਜੀ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੁਸੀਂ ਸਾਨੂੰ ਕੀੜਿਆਂ ਦੀ ਨਿਆਈ ਤੁੱਛ ਜੀਵਾਂ ਨੂੰ ਥਾਪਣਾ ਕੀਤਾ ਹੈ। ਨਿਮਰਤਾ ਦੇ ਨਾਲ ਇਹ ਬਚਨ ਕੀਤੇ ਸਾਧ ਸੰਗਤ। ਔਰ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ, ਜਿਵੇਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ 22 ਮੰਜੀਆਂ ਗੁਰਸਿੱਖਾਂ ਨੂੰ ਦੇਣਾ ਕੀਤੀਆਂ ਸੀ, ਪ੍ਰਚਾਰ ਵਾਸਤੇ 52 ਪੀੜੇ ਥਾਪਣਾ ਕੀਤੇ ਸੀ ਮਾਈਆਂ ਵਾਸਤੇ। ਇਸ ਤਰ੍ਹਾਂ ਹੀ ਗੁਰੂ ਘਰ ਦੀ ਸੇਵਾ ਵਾਸਤੇ, ਪ੍ਰਚਾਰ ਵਾਸਤੇ ਦੂਰੋਂ ਦੂਰੋਂ ਸੰਗਤਾਂ ਤੋਂ ਦਸਵੰਧ ਇਕੱਠਾ ਕਰਕੇ ਗੁਰੂ ਘਰ ਤੱਕ ਪਹੁੰਚਾਉਣ ਵਾਸਤੇ ਮਸੰਦ ਪ੍ਰਥਾ ਚਲਾਉਣਾ ਕੀਤੀ। ਜਿਹੜੇ ਮਸੰਦ ਸਨ ਉਹ ਬੜੇ ਗੁਰਮੁਖ ਜੀਵਨ ਵਾਲੇ, ਬੜੀ ਕਮਾਈ ਵਾਲੇ ਮਹਾਂਪੁਰਖ ਹੋਇਆ ਕਰਦੇ, ਜਿਹੜੇ ਦੂਰ ਦੇਸ਼ਾਂ ਤੱਕ ਜਾ ਕੇ ਸੰਗਤਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸੀ, ਸੰਗਤਾਂ ਤੋਂ ਦਸਵੰਧ ਇਕੱਠਾ ਕਰਕੇ ਗੁਰੂ ਘਰ ਪਹੁੰਚਾਉਂਦੇ ਸਨ। ਪਰ ਸਮੇਂ ਦੇ ਨਾਲ ਸਾਧ ਸੰਗਤ
ਹੌਲੀ ਹੌਲੀ ਗਿਰਾਵਟ ਆਉਣ ਕਰਕੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪ੍ਰਥਾ ਨੂੰ ਬੰਦ ਕੀਤਾ ਸੀ। ਪਰ ਜਿਸ ਸਮੇਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਪ੍ਰਥਾ ਚਲਾਈ, ਮਸੰਦ ਪ੍ਰਥਾ, ਉਹ ਗੁਰਮੁਖ ਬੜੇ ਕਮਾਈ ਵਾਲੇ ਸਨ। ਜਿਹੜੇ ਉਹਨਾਂ ਦੇ ਅੱਗੇ ਪੁੱਤਰ ਸਨ ਜਾਂ ਪੋਤਰੇ ਸਨ, ਉਹਨਾਂ ਨੇ ਓਨੀ ਕਮਾਈ ਨਹੀਂ ਕੀਤੀ। ਗੁਰੂ ਘਰ ਦਾ, ਸਿੱਖਾਂ ਦਾ ਦਸਵੰਧ ਇਕੱਠਾ ਕਰਕੇ ਆਪ ਵਰਤਣ ਲੱਗ ਪਏ, ਮਾੜੇ ਕੰਮਾਂ ਤੇ ਲਾਉਣ ਲੱਗ ਪਏ। ਦਸਵੰਧ ਨੂੰ, ਮਾਇਆ ਨੂੰ ਆਪਣਾ ਹੱਕ ਸਮਝ ਕੇ ਸਿੱਖ ਸੰਗਤਾਂ ਤੋਂ ਧੱਕੇ ਨਾਲ ਖੋਹਣ ਲੱਗ ਪਏ। ਤਦੋਂ ਇਹ ਮਸੰਦ ਪ੍ਰਥਾ ਵਿੱਚ ਗਿਰਾਵਟ ਆ ਗਈ, ਕਿਉਂਕਿ ਸਿੱਖ ਵਾਸਤੇ ਬਾਣੀ ਵੀ ਜ਼ਰੂਰੀ ਹੈ, ਜੀਵਨ ਵੀ ਜ਼ਰੂਰੀ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ 30 ਰਾਗਾਂ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਔਰ ਜਿੱਥੇ ਭੱਟ ਸਾਹਿਬਾਨਾਂ ਨੇ ਬਚਨ ਕੀਤੇ, ਹੇ ਸਤਿਗੁਰੂ ਰਾਮਦਾਸ ਮਹਾਰਾਜ ਜੀ, ਸਾਨੂੰ ਔਗਣਾਂ ਨਾਲ ਭਰਿਆ ਹੋਇਆਂ ਨੂੰ, ਮਾਇਆ ਵਿੱਚ ਮੋਹਿਆ ਹੋਇਆਂ ਨੂੰ ਆਪਣੀ ਸ਼ਰਨ ਰੱਖੋ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਏ। ਤੁਸੀਂ ਇੱਕ ਉੱਤਮ ਪੰਥ, ਸਾਧ ਸੰਗਤ, ਉੱਤਮ ਪੰਥ ਕਿਹੜਾ ਹੈ? ਸਾਧ ਸੰਗਤ ਬਣਾਉਣਾ ਕੀਤਾ ਹੈ, ਜਿਸ ਨਾਲ ਮਿਲ ਕੇ ਜਿਹੜਾ ਜਮਾਂ ਦਾ ਡਰ ਹੈ ਉਹ ਦੂਰ ਹੋ ਜਾਂਦਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਗੁਰੂ ਦੀ ਸੰਗਤ ਇੱਕ ਉੱਤਮ ਪੰਥ ਹੈ, ਇਹ ਸੁਣਿਆ। ਤੇਹ ਮਿਲੰਤ ਜਮ ਤਰਾਸ ਮਿਟਾਈ, ਔਰ ਇਸ ਰਸਤੇ ਤੇ ਮਿਲ ਕਰਕੇ ਅਸੀਂ ਜਮਾਂ ਦਾ ਡਰ ਦੂਰ ਕਰ ਦਿੱਤਾ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸਤਿਗੁਰੂ ਮਹਾਰਾਜ ਜੀ ਦੇ ਗ੍ਰਹਿ 3 ਸਪੁੱਤਰਾਂ ਨੇ ਜਨਮ ਲੈਣਾ ਕੀਤਾ। ਵੱਡੇ ਬਾਬਾ ਪ੍ਰਿਥੀ ਚੰਦ, ਛੋਟੇ ਬਾਬਾ ਮਹਾਦੇਵ, ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਔਰ ਸਤਿਗੁਰੂ ਮਹਾਰਾਜ ਜੀ ਨੇ ਤਕਰੀਬਨ 6 ਸਾਲ ਦੇ ਨੇੜੇ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਹੋ ਕਰਕੇ ਬੇਅੰਤ ਸਾਡੇ ਵਰਗੇ ਕਲਯੁਗੀ ਭੁੱਲੇ ਹੋਏ ਜੀਵਾਂ ਨੂੰ ਤਾਰਨਾ ਕੀਤਾ। ਸਾਧ ਸੰਗਤ ਅੰਮ੍ਰਿਤ ਬਾਣੀ ਦਾ ਉਪਦੇਸ਼ ਬਖਸ਼ਿਆ, ਬੇਅੰਤ ਬਖਸ਼ਿਸ਼ਾਂ ਕੀਤੀਆਂ, ਬੇਅੰਤ ਗੁਰਸਿੱਖਾਂ ਨੂੰ ਤਾਰਨਾ ਕੀਤਾ। ਸਭ ਤੋਂ ਵੱਡਾ ਕਾਰਜ ਸਤਿਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ, ਜੋ ਸਾਰੇ ਸਿੱਖ ਪੰਥ ਦਾ ਕੇਂਦਰੀ ਅਸਥਾਨ ਹੈ, ਸ੍ਰੀ ਹਰਿਮੰਦਰ ਸਾਹਿਬ ਬਣਾਉਣਾ ਕੀਤੀ। ਨਗਰ ਸਤਿਗੁਰਾਂ ਨੇ ਵਸਾਇਆ ਸੀ, ਔਰ ਸਰੋਵਰ ਦੀ ਖੁਦਵਾਈ ਸਤਿਗੁਰਾਂ ਨੇ ਕੀਤੀ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਬਣਾ ਕਰਕੇ ਸਰੋਵਰ ਨੂੰ ਪੱਕਾ ਕਰਨ ਦਾ ਕਾਰਜ ਕੀਤਾ ਸੀ। ਸੋ ਅੱਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਪ੍ਰਥਾਏ ਭਾਈ ਸੱਤਾ ਬਲਵੰਡਾ ਜੀ ਨੇ ਬਚਨ ਕੀਤੇ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਤਾਰਿਆ। ਐਸੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ, ਜਿਹੜੇ ਸਾਧ ਸੰਗਤ ਦੇਖੋ ਕੌਤਕ ਹੀ ਕੀਤਾ ਨਾ, ਕਿਸੇ ਸਮੇਂ ਆਪ ਲਾਹੌਰ ਦੇ ਵਿੱਚ ਘੁੰਗਣੀਆਂ ਵੇਚਦੇ ਸਨ, ਔਰ ਅੱਜ ਸਾਰੇ ਸੰਸਾਰ ਦੇ ਲੋਕ ਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਢਹਿੰਦੇ ਨੇ। ਲੱਖਾਂ ਹੀ ਸੰਗਤ ਰੋਜ਼ਾਨਾ ਨਮਸਕਾਰ ਕਰਦੀ ਹੈ, ਲੱਖਾਂ ਹੀ ਸੰਗਤ ਰੋਜ਼ਾਨਾ ਉੱਥੋਂ ਪ੍ਰਸ਼ਾਦਾ ਛਕਦੀ, ਲੱਖਾਂ ਹੀ ਜੀਵਾਂ ਦੀ ਉਪਜੀਵਕਾ ਹੈ। ਗੁਰੂ ਘਰ ਦੇ ਵਿੱਚ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਸਤਿਗੁਰਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਆਪ ਸਭ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈਆਂ ਹੋਣ।